ਹੈਲੋ ਸਟੂਡੈਂਟਸ। ਹਾਂਜੀ ਬੇਟਾ, ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਫਰਾਂਸ ਦੇ ਵਿੱਚ ਜੋ ਲੋਕ ਸੀ ਜਾਂ ਯੂਰਪੀਅਨ ਕੰਟਰੀਜ਼ ਜਿਹੜੇ ਸੀ, ਉੱਥੇ ਲੋਕ ਪਹਿਲਾਂ ਜਿਨ੍ਹਾਂ ਨੇ ਮਤਲਬ ਰੈਵੋਲੂਸ਼ਨਰੀਜ਼ ਨੂੰ ਹਾਰਬਿੰਗਰ ਦੀ ਤਰ੍ਹਾਂ ਟ੍ਰੀਟ ਕੀਤਾ ਸੀ, ਉਹਨਾਂ ਨੂੰ ਵੈਲਕਮ ਕੀਤਾ ਸੀ। ਠੀਕ ਹੈ, ਉਹਨਾਂ ਨੂੰ ਲੱਗਿਆ ਸੀ ਕਿ ਨੈਪੋਲੀਅਨ ਉਹਨਾਂ ਦੇ ਲਈ ਬੜਾ ਵੱਡਾ ਮਸੀਹਾ ਬਣ ਕੇ ਆਇਆ, ਲੇਕਿਨ ਫਿਰ ਉਹ ਉਸ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਗਏ ਸੀ ਅਤੇ ਹੁਣ ਉਹਨਾਂ ਨੂੰ ਅਵੇਅਰਨੈਸ ਆ ਗਈ ਸੀ ਕਿ ਇਹ ਅਸਲ ਦੇ ਵਿੱਚ ਦਿਖਾਵਾ ਸੀ, ਅਸਲੀਅਤ ਕੁਛ ਹੋਰ ਸੀ। ਹੁਣ ਉਹ ਉਸ ਦੇ ਅਗੇਂਸਟ ਹੋ ਚੁੱਕੇ ਸੀ। ਠੀਕ ਹੈ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਦ ਮੇਕਿੰਗ ਆਫ ਨੈਸ਼ਨਲਿਜ਼ਮ ਇਨ ਯੂਰਪ। ਠੀਕ ਹੈ, ਤਾਂ ਯੂਰਪ ਦੇ ਵਿੱਚ ਨੈਸ਼ਨਲਿਜ਼ਮ ਕਿਸ ਤਰ੍ਹਾਂ ਆਇਆ। ਬੱਚੇ ਯੂ ਨੋ ਜਰਮਨੀ, ਇਟਲੀ, ਸਵਿਟਜ਼ਰਲੈਂਡ, they all were divided into kingdoms, duchies and cantons। ਇਹ ਛੋਟੇ ਛੋਟੇ ਜਿਹੜੇ ਰਾਜ ਹੈ ਬੇਟਾ, ਸਾਰਾ ਜਿਹੜਾ ਇਲਾਕਾ ਸੀ ਇਹ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ। ਤੁਹਾਨੂੰ ਪਤਾ ਇਹ ਸਾਰੇ ਰਾਜ ਜਿਹੜੇ ਅਲੱਗ-ਅਲੱਗ ਰਾਜਾਂ ਦੇ ਅੰਡਰ ਕੰਟਰੋਲ ਦੇ ਵਿੱਚ ਸੀ। ਡਚੀਜ਼ ਮੀਨਸ ਸਮੋਲ ਕਿੰਗਡਮਸ ਦੇ ਜਿਹੜੇ ਓਨਰ ਹੁੰਦੇ ਆ ਰਾਜੇ। ਠੀਕ ਹੈ, ਇਹ ਉਹਨਾਂ ਦਾ ਸਿਸਟਮ ਸੀ ਰਾਜੇ। ਜਿਵੇਂ ਕਿ ਸਾਡਾ ਕੰਟਰੀ ਜਿਹੜਾ ਹੈਗਾ ਇੰਡੀਆ, ਯੂ ਨੋ ਇੰਡੀਆ ਦੇ ਵਿੱਚ ਕੀ ਹੈ, ਅੱਗੇ ਇਸ ਪੂਰੇ ਕੰਟਰੀ ਨੂੰ ਸਟੇਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਠੀਕ ਹੈ, ਉਸੇ ਤਰ੍ਹਾਂ ਇਹ ਡਚੀਜ਼ ਹੁੰਦੇ ਸੀ। ਤਾਂ ਇਹਨਾਂ ਸਾਰੇ ਇਹ ਜਿਹੜੇ ਕਿੰਗਡਮ ਸੀ ਇਹਨਾਂ ਨੂੰ ਅੱਗੇ ਡਚੀਜ਼ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਸੀ। ਅਤੇ ਅੱਗੇ ਜਿਹੜਾ ਹੈਗਾ ਕੈਂਟੋਨਸ ਕੀ ਸੀ, ਜਿਸ ਤਰ੍ਹਾਂ ਕਿ ਸਾਡੇ ਕੰਟਰੀ ਦੇ ਵਿੱਚ ਸਟੇਟਸ ਤੋਂ ਅੱਗੇ ਕੀ ਹੁੰਦੇ ਨੇ ਡਿਸਟ੍ਰਿਕਟਸ। ਠੀਕ ਹੈ, ਉਸੇ ਤਰ੍ਹਾਂ ਇਹ ਕੈਂਟੋਨ ਸੀ। ਇਸ ਸਾਰੇ ਮਤਲਬ ਸਿਸਟਮ ਨੂੰ, ਐਡਮਿਨਿਸਟ੍ਰੇਟਿਵ ਸਿਸਟਮ ਨੂੰ ਅੱਛੀ ਤਰ੍ਹਾਂ ਚਲਾਉਣ ਵਾਸਤੇ ਇਸ ਨੂੰ ਅੱਗੇ ਫਰਦਰ ਜਿਹੜਾ ਹੈਗਾ ਸਮੋਲ ਯੂਨਿਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਠੀਕ ਹੈ, ਇਹ ਸਾਰੇ ਜਿਹੜੇ ਸਮੋਲ ਕੰਟਰੀਜ਼ ਨੇ, ਇਹਨਾਂ ਸਾਰਿਆਂ ਦੇ ਵਿੱਚ ਕੋਈ ਯੂਨਿਟੀ ਨਹੀਂ ਸੀ। ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸਿਸ ਸੀ। ਇਹਨਾਂ ਦੀ ਲੈਂਗੁਏਜ ਅਲੱਗ ਸੀ, ਐਥਨੀਸਿਟੀ ਅਲੱਗ ਸੀ। ਠੀਕ ਹੈ, ਕਿ ਕਿਸੇ ਵੀ ਪੁਆਇੰਟ ਆਫ ਵਿਊ ਤੋਂ ਰਾਜੇ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਨਹੀਂ ਸੀ। ਇਹ ਜਿਹੜਾ ਹੈਗਾ ਹੈਬਸਬਰਗ ਐਮਪਾਇਰ, ਇਸ ਦੇ ਅੰਡਰ ਇਹ ਇਲਾਕੇ ਆਉਂਦੇ ਸੀ। ਆਸਟਰੀਆ, ਟੈਰੋਲ, ਹੰਗਰੀ, ਬੋਹੀਮੀਆ। ਠੀਕ ਹੈ, ਇਹ ਸਾਰੇ ਲੋਕ ਜਿਹੜੇ ਹੈਗੇ ਜਰਮਨ ਸਪੀਕਿੰਗ ਲੋਕ ਸੀ। ਠੀਕ ਹੈ, ਇਹਨਾਂ ਸਾਰਿਆਂ ਦੀ ਲੈਂਗੁਏਜ ਅਲੱਗ ਸੀ। ਔਰ ਇਸ ਦੇ ਅੰਡਰ ਹੀ ਜਿਹੜੇ ਹੈਗੇ ਆ ਇੱਕ ਇਲਾਕਾ ਮੈਗਿਆਰ ਬੋਲਣ ਵਾਲਾ ਵੀ ਸੀ। ਠੀਕ ਹੈ, ਔਰ ਅੱਗੇ ਜਿਹੜਾ ਲੰਬਾਰਡੀ ਐਂਡ ਬੈਨੀਸ਼ੀਆ ਹੈ, ਇਹ ਇਟਾਲੀਅਨ ਸਪੀਕਿੰਗ ਲੋਕ ਸੀ। ਮੀਨਸ ਇਹਨਾਂ ਦੀ ਸਾਰਿਆਂ ਦੀ ਲੈਂਗੁਏਜ ਜਿਹੜੀ ਆ ਉਹ ਡਿਫਰੈਂਟ ਸੀ। ਹੋਰ ਵੀ ਇਹਨਾਂ ਦਾ ਸਾਰਾ ਕਲਚਰ, ਰਹਿਣ ਸਹਿਣ ਸਭ ਕੁਝ ਡਿਫਰੈਂਸ ਸੀ। ਠੀਕ ਹੈ, ਅੱਗੇ ਹੈਗਾ ਇਹ ਜਿਹੜਾ ਏਰੀਆ ਹੈ ਗਲੀਸ਼ੀਆ, ਬੋਹੀਮੀਆ, ਸਲੋਵਾਕਸ ਨਾਰਥ ਵਾਲੇ ਪਾਸੇ ਹੈ, ਸਲੋਵੇਨਸ ਕਾਰਨੀਓਲਾ ਦੇ ਵਿੱਚ ਹੈ, ਇਹ ਪੋਲਿਸ਼ ਸਪੀਕਿੰਗ ਲੋਕ ਸੀ। ਠੀਕ ਹੈ, ਅੱਗੇ ਕਰੋਟਸ, ਇਹ ਸਾਊਥ ਵਾਲੇ ਪਾਸੇ। ਇਹਨਾਂ ਤੋਂ ਬਿਨਾਂ ਇਹ ਜਿਹੜੇ ਡੋਮੀਨੈਂਟ ਪਰਸਨੈਲਿਟੀ ਸੀ, ਇਹਨਾਂ ਦੀ ਆਪਾਂ ਪਿੱਛੇ ਗੱਲ ਕੀਤੀ ਹੈ, ਇਹ ਸਾਰੇ ਜਿਹੜੇ ਤਿੰਨ ਮੇਨ ਜਿਹੜੇ ਉੱਥੇ ਡੋਮੀਨੈਂਟ ਲੋਕ ਸੀਗੇ। ਲੇਕਿਨ ਇਹ ਜਿਹੜੇ ਲੋਕ ਨੇ ਅੱਗੇ ਹੋਰ ਜਿਹੜਾ ਆਸੇ ਪਾਸੇ ਅਸੀਂ ਦੇਖ ਰਹੇ ਹਾਂ ਸਾਰੇ ਐਮਪਾਇਰ ਦੇ। ਠੀਕ ਹੈ, ਉੱਥੇ ਵੀ ਬਹੁਤ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਸੀ। ਜਿਵੇਂ ਪੀਜ਼ੈਂਟਸ ਵਗੈਰਾ ਨੇ, ਉਹ ਅਲੱਗ-ਅਲੱਗ ਤਰ੍ਹਾਂ ਦੇ ਕੋਈ ਟਰਾਈਬਸ ਜਿਵੇਂ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਇਹ ਕਰੋਟਸ ਹੈ ਸਾਊਥ ਵਾਲੇ ਪਾਸੇ ਸੀ, ਰੋਮੈਂਸ ਈਸਟ ਵਾਲੇ ਪਾਸੇ ਸੀ, ਟ੍ਰਾਂਸਿਲਵੇਨੀਆ ਦੇ ਵਿੱਚ ਸੀ। ਠੀਕ ਹੈ, ਇੰਨੀਆਂ ਸਾਰੀਆਂ ਡਿਫਰੈਂਸਿਸ ਹੋਣ ਦੇ ਬਾਵਜੂਦ ਕੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਦੇ ਵਿੱਚ ਯੂਨਿਟੀ ਹੋ ਸਕਦੀ ਹੈ? ਬਿਲਕੁਲ ਨਹੀਂ, ਇਹਨਾਂ ਦੇ ਵਿੱਚ ਕੋਈ ਯੂਨਿਟੀ ਨਹੀਂ ਸੀ। ਭਾਵੇਂ ਇਹ ਸਾਰੇ ਜਿਹੜੇ ਹੈਗੇ ਆ ਇਹ ਯੂਰਪੀਅਨ ਕੰਟਰੀ ਸੀ। ਠੀਕ ਹੈ, ਲੇਕਿਨ ਇਹਨਾਂ ਆਪਸ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਮਿਲਦੀ ਨਹੀਂ ਸੀ। ਇੱਥੇ ਦੂਸਰੀ ਗੱਲ ਹੈ ਕਿ ਮਿਡ 18th ਸੈਂਚੁਰੀ ਤੱਕ ਇੱਥੇ ਕੋਈ ਵੀ ਜਿਹੜਾ ਨੇਸ਼ਨ ਸਟੇਟ ਨਹੀਂ ਸੀ। ਠੀਕ ਹੈ, ਇਹ ਸਾਰੇ ਸਟੇਟਸ ਜਿਹੜੇ ਹੈ ਮੋਨਾਰਕੀਕਲ ਸਿਸਟਮ ਵਾਲੇ ਸਟੇਟਸ ਸੀ। ਲੇਕਿਨ ਫਿਰ ਹਾਊ ਡਿਡ ਨੈਸ਼ਨਲਿਜ਼ਮ ਐਂਡ ਦਾ ਆਈਡੀਆ ਆਫ ਅ ਨੇਸ਼ਨ ਐਮਰਜ। ਫਿਰ ਉੱਥੇ ਨੈਸ਼ਨਲਿਜ਼ਮ ਦਾ ਆਈਡੀਆ ਕਿੱਥੋਂ ਆਇਆ ਔਰ ਨੇਸ਼ਨ ਕਿਸ ਤਰ੍ਹਾਂ ਬਣੀ। ਠੀਕ ਹੈ, ਟਾਈਪਸ ਆਫ ਸੋਸ਼ਲ ਗਰੁੱਪਸ ਐਂਡ ਦੇਅਰ ਇਸ਼ੂਜ਼, ਕੀ ਉੱਥੇ ਕਿਹੜੇ ਸੋਸ਼ਲ ਗਰੁੱਪ ਸੀ, ਕੀ ਉਹਨਾਂ ਦੇ ਇਸ਼ੂਜ਼ ਸੀ। ਅੱਗੇ ਆਪਾਂ ਇਸ ਦੇ ਬਾਰੇ ਵਿੱਚ ਪੜ੍ਹਦੇ ਹਾਂ। ਦ ਸੋਸਾਇਟੀ ਵਾਜ਼ ਡਿਵਾਈਡਡ ਇਨਟੂ ਅਰਿਸਟੋਕਰੇਟਸ ਐਂਡ ਪੀਜ਼ੈਂਟਸ। ਜਿਹੜੀ ਹੋਲ ਸੁਸਾਇਟੀ ਸੀ ਬੇਟਾ, ਉਹ ਦੋ ਤਰ੍ਹਾਂ ਦੀਆਂ ਮਤਲਬ ਜਿਹੜੇ ਕੈਟਾਗਰੀਜ਼ ਦੇ ਵਿੱਚ ਡਿਵਾਈਡਡ ਸੀ। ਅਰਿਸਟੋਕਰੇਟਸ ਉਹ ਲੋਕ ਸੀ ਜਿਹੜੇ ਬਹੁਤ ਰਿਚ ਲੋਕ ਹੁੰਦੇ ਆ। ਠੀਕ ਹੈ, ਜਿਹੜੇ ਕਿ ਆਮ ਪਬਲਿਕ ਨਾਲੋਂ ਜ਼ਿਆਦਾ ਰਈਸ ਹੈ, ਉਹਨਾਂ ਕੋਲ ਕੁਝ ਫੈਸਿਲਿਟੀਆਂ ਜ਼ਿਆਦਾ ਨੇ। ਇਹ ਦੂਸਰੇ ਪਾਸੇ ਹੈ ਪੀਜ਼ੈਂਟਸ, ਜਿਹੜੇ ਆਮ ਖੇਤੀਬਾੜੀ ਕਰਨ ਵਾਲੇ ਲੋਕ, ਗਰੀਬ ਲੋਕ ਆਪਾਂ ਕਹਿ ਸਕਦੇ ਹਾਂ, ਕੰਮ ਕਰਨ ਵਾਲੇ ਲੋਕ, ਹੈ ਨਾ।
ਤਾਂ ਇਹ ਜਿਹੜੇ ਅਰਿਸਟੋਕ੍ਰੇਟ ਸੀ ਦੇ ਵਰ ਰਿਚ ਡੋਮੀਨੇਟਿੰਗ ਕਲਾਸ ਆਫ ਯੂਰਪ, ਦੇ ਓਨਡ ਲਾਰਜ ਐਸਟੇਟਸ, ਇਹ ਲਾਰਜ ਐਸਟੇਟਸ ਦੇ ਮਾਲਕ ਹੁੰਦੇ ਸੀ। ਦੇ ਸਪੋਕ ਫਰੈਂਚ ਐਂਡ ਦੇਅਰ ਫੈਮਲੀਜ਼ ਆਫਨ ਹੈਡ ਮੈਟਰੀਮੋਨੀਅਲ ਅਲਾਇੰਸਿਸ, ਇਹ ਲੋਕ ਜਿਹੜੇ ਹੈ ਬਾਕੀ ਜਿਹੜੀ ਪਬਲਿਕ ਹੈ ਉਹਨਾਂ ਨਾਲੋਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਵੱਖਰਾ ਸਮਝਦੇ ਸੀ। ਠੀਕ ਹੈ, ਇਹ ਕੁਛ ਡੋਮੀਨੈਂਟ ਕਲਾਸ ਨਾਲ ਰਿਲੇਟਡ ਸੀ, ਤਾਂ ਇਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਸੀ। ਇਹ ਸਾਰੇ ਲੋਕ ਫਰੈਂਚ ਸਪੀਕਿੰਗ ਵਾਲੇ ਸੀ, ਜਿਹੜੇ ਫਰੈਂਚ ਲੈਂਗੁਏਜ ਬੋਲਦੇ ਸੀ। ਜਿਸ ਤਰ੍ਹਾਂ ਕਿ ਸਾਡੇ ਕੰਟਰੀ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੇ ਕੁਛ ਆਪਾਂ ਕਹਿ ਸਕਦੇ ਹਾਂ ਕਿ ਲੋਕ ਐਜੂਕੇਟਡ ਜ਼ਿਆਦਾ ਆਪਣੇ ਆਪ ਨੂੰ ਸਮਝਦੇ ਆ, ਹੈ ਨਾ, ਤਾਂ ਇੰਗਲਿਸ਼ ਬੋਲਣਾ ਜਿਵੇਂ ਲੋਕ ਆਪਣੀ ਸ਼ਾਨ ਸਮਝਦੇ ਆ, ਉਸੇ ਤਰ੍ਹਾਂ ਇਹ ਲੋਕ ਵੀ ਉੱਥੇ ਫਰੈਂਚ ਲੈਂਗੁਏਜ ਬੋਲਣਾ ਆਪਣੀ ਸ਼ਾਨ ਸਮਝਦੇ ਸੀ। ਠੀਕ ਹੈ, ਅਤੇ ਬਾਕੀ ਜਿਹੜੇ ਲੋਕ ਆ ਤੁਸੀਂ ਦੇਖ ਹੀ ਚੁੱਕੇ ਹੋ ਡਿਫਰੈਂਟ ਲੈਂਗੁਏਜਿਸ ਨੂੰ ਬੋਲਣ ਵਾਲੇ ਲੋਕ ਸੀ। ਅ ਮੈਜੋਰਟੀ ਆਫ ਦਾ ਪਾਪੂਲੇਸ਼ਨ ਵਾਜ਼ ਮੇਡ ਅਪ ਆਫ ਦਾ ਪੀਜ਼ੈਂਟਰੀ, ਇਹ ਜਿਹੜੇ ਲੋਕ ਸੀ ਰਾਜੇ ਅਰਿਸਟੋਕ੍ਰੇਟਸ ਰਿਚ ਫੈਮਲੀਜ਼ ਜਿਹੜੇ ਬਹੁਤ ਥੋੜ੍ਹੇ ਲੋਕ ਸੀ, ਲੇਕਿਨ ਜਿਹੜੀ ਮੈਜੋਰਟੀ ਪਾਪੂਲੇਸ਼ਨ ਹੈ ਉਹ ਪੀਜ਼ੈਂਟਰੀ ਸੀ, ਸਾਰੇ ਕਿਸਾਨ ਜਾਂ ਫਿਰ ਛੋਟੇ ਮੋਟੇ ਲੋਕ ਸੀ। ਠੀਕ ਹੈ, ਵੈਸਟਲੈਂਡ ਵਾਜ਼ ਫਾਊਂਡ ਬਾਈ ਟੇਨੈਂਟਸ, ਟੇਨੈਂਟਸ ਕੌਣ ਹੁੰਦੇ ਬੇਟਾ, ਸਮੋਲ ਓਨਰਸ, ਜਿਨ੍ਹਾਂ ਕੋਲ ਥੋੜ੍ਹੀ ਆਪਦੀ ਜ਼ਮੀਨ ਹੋ ਸਕਦੀ ਹੈ। ਠੀਕ ਹੈ, ਜਿਹੜੀ ਵੈਸਟ ਵਾਲੇ ਪਾਸੇ ਦੀ ਲੈਂਡ ਹੈ ਉਹ ਸਾਰੀ ਇਹਨਾਂ ਛੋਟੇ ਟੇਨੈਂਟਸ ਦੇ ਕੋਲ ਸੀ। ਈਸਟ ਸੈਂਟਰਲ ਯੂਰਪ ਲੈਂਡ ਵਾਜ਼ ਫਾਰਮਡ ਬਾਈ ਦਾ ਸਰਬਸ, ਜਿਹੜੀ ਈਸਟ ਸੈਂਟਰਲ ਜਿਹੜਾ ਇਲਾਕਾ ਸੀ ਯੂਰਪ ਦਾ, ਉੱਥੇ ਉਹ ਲੋਕ ਸੀ ਸਰਫਸ, ਜਿਹੜੇ ਆਪਾਂ ਕਹਿੰਦੇ ਹਾਂ ਦਾਸ ਜਾਂ ਗੁਲਾਮ ਜਿਹੜੇ ਬਣਾਏ ਹੋਏ ਹੁੰਦੇ ਸੀ। ਅੱਗੇ ਹੈ ਜੀ ਇੰਡਸਟਰੀਅਲ ਗਰੋਥ ਇਨ ਵੈਸਟਰਨ ਐਂਡ ਸੈਂਟਰਲ ਯੂਰਪ ਲੈਡ ਟੂ ਦਾ ਗਰੋਥ ਆਫ ਟਾਊਨਸ ਐਂਡ ਐਮਰਜੈਂਸ ਆਫ ਅ ਨਿਊ ਕਮਰਸ਼ੀਅਲ ਕਲਾਸ, ਤਾਂ ਇਸ ਤਰ੍ਹਾਂ ਬੱਚੇ ਕੀ ਸੀਗਾ ਕਿ ਇੱਕ ਨਵੀਂ ਕਮਰਸ਼ੀਅਲ ਕਲਾਸ ਜਿਹੜੀ ਹੈ ਹੋਂਦ ਵਿੱਚ ਆ ਰਹੀ ਸੀ। ਦੂਸਰਾ ਉੱਥੇ ਇੱਕ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਅਰਿਸਟੋਕ੍ਰੇਟਸ ਲੋਕਾਂ ਦੀ, ਦੂਸਰਾ ਹੈਗਾ ਇੰਡਸਟਰੀ ਜਿਹੜੀ ਹੈ ਬਹੁਤ ਵੱਧ ਗਈ ਸੀ। ਇੰਡਸਟਰੀ ਦੀ ਗਰੋਥ ਕਰਕੇ ਜਿਹੜਾ ਇਲਾਕਾ ਸੀ ਵੈਸਟਰਨ ਅਤੇ ਸੈਂਟਰਲ ਯੂਰਪ ਦਾ, ਉੱਥੇ ਕਈ ਬਹੁਤ ਸਾਰੇ ਨਵੇਂ ਸ਼ਹਿਰ ਬਣ ਰਹੇ ਸੀ। ਇੱਥੇ ਇੰਡਸਟਰੀ ਲੱਗ ਜਾਂਦੀ ਹੈ, ਆਟੋਮੈਟਿਕ ਹੀ ਬੇਟਾ ਉਸ ਏਰੀਏ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ। ਠੀਕ ਹੈ, ਡਿਵੈਲਪਮੈਂਟ ਦੇ ਕਰਕੇ ਉੱਥੇ ਫਿਰ ਆਪਣੇ ਆਪ ਹੀ ਮਾਰਕੀਟ ਵਗੈਰਾ ਬਣ ਜਾਂਦੀ ਹੈ, ਲੋਕ ਜਿਹੜੇ ਆ ਉੱਥੇ ਜ਼ਿਆਦਾ ਐਡਜਸਟ ਹੋ ਜਾਂਦੇ ਆ, ਤਾਂ ਇਸ ਤਰ੍ਹਾਂ ਛੋਟੇ ਟਾਊਨਸ ਬਣਨੇ ਸ਼ੁਰੂ ਹੋ ਗਏ। ਠੀਕ ਹੈ, ਅਤੇ ਜਦੋਂ ਇੰਡਸਟਰੀਅਲਿਸਟ ਜਿਹੜੇ ਹੈ ਹੋਰ ਕਈ ਤਰ੍ਹਾਂ ਦੇ ਲੋਕ ਜਿਵੇਂ ਬਿਜ਼ਨਸਮੈਨ ਆ ਗਏ, ਪ੍ਰੋਫੈਸ਼ਨਲ ਹੋਰ ਲੋਕ ਆ ਗਏ ਨਾ, ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਕਿੰਨੇ ਹੀ ਹੈ, ਕਈ ਉਹਨਾਂ ਤੋਂ ਦੇ ਕੋਈ ਦੇਖ ਰੇਖ ਕਰਨ ਵਾਲੇ ਹੈ, ਓਨਰ ਹੈ, ਤਾਂ ਇਸ ਤਰ੍ਹਾਂ ਮਤਲਬ ਇਹ ਹੈ ਕਿ ਆਟੋਮੈਟਿਕ ਹੀ ਕੁਛ ਲੋਕ ਜਿਹੜੇ ਆ ਰਿਚ ਕਲਾਸ ਜਿਹੜੀ ਹੈ ਸਾਹਮਣੇ ਆ ਗਈ, ਜਿਹੜੀ ਕਿ ਜਿਹਨੂੰ ਅਸੀਂ ਮਿਡਲ ਕਲਾਸ ਕਹਿੰਦੇ ਹਾਂ, ਕਮਰਸ਼ੀਅਲ ਕਲਾਸ। ਠੀਕ ਹੈ, ਇੱਕ ਨਵੀਂ ਕਲਾਸ ਹੋਂਦ ਵਿੱਚ ਆ ਗਈ ਸੀ। ਤਾਂ ਇਹ ਜਿਹੜੇ ਲੋਕ ਨੇ ਇਹ ਐਜੂਕੇਟਡ ਲੋਕ ਸੀ, ਲਿਬਰਲ ਮਿਡਲ ਕਲਾਸ ਸੀ ਜਿਹੜੀ, ਤਾਂ ਇਹਨਾਂ ਲੋਕਾਂ ਨੂੰ ਨੌਲੇਜ ਸੀ, ਅਵੇਅਰਨੈਸ ਸੀ ਇਹਨਾਂ ਕੋਲ, ਕਿਉਂਕਿ ਇਹ ਪੜ੍ਹੇ ਲਿਖੇ ਸੀ, ਇਹਨਾਂ ਨੂੰ ਜਾਣਕਾਰੀ ਸੀ। ਦੂਸਰਾ ਇਹ ਘੁੰਮਦੇ ਫਿਰਦੇ ਲੋਕ ਹੁੰਦੇ ਆ, ਬਿਜ਼ਨਸਮੈਨ ਹੋ ਸਕਦੇ ਆ, ਟਰੇਡਰ ਹੋ ਸਕਦੇ ਆ, ਤਾਂ ਇਸ ਕਰਕੇ ਇਹਨਾਂ ਲੋਕਾਂ ਕੋਲ ਅਵੇਅਰਨੈਸ ਹੋਣ ਕਰਕੇ ਇਹਨਾਂ ਲੋਕਾਂ ਨੇ ਜਿਹੜੀ ਹੈ ਡਿਮਾਂਡ ਰੱਖ ਦਿੱਤੀ ਲਿਬਰਲ ਨੈਸ਼ਨਲਿਜ਼ਮ ਦੀ। ਇਹ ਲੋਕ ਚਾਹੁੰਦੇ ਸੀ ਕਿ ਸਾਨੂੰ ਆਜ਼ਾਦ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਤਲਬ ਕੰਟਰੀ ਮਿਲੇ, ਸਾਨੂੰ ਆਜ਼ਾਦੀ ਮਿਲੇ। ਠੀਕ ਹੈ, ਤਾਂ ਇੱਥੋਂ ਹੀ ਜਿਹੜਾ ਨੈਸ਼ਨਲਿਜ਼ਮ ਹੈ ਉਹ ਯੂਰਪ ਦੇ ਵਿੱਚ ਸਪਰੈਡ ਹੋਇਆ ਸੀ। ਵਾਟ ਡਿਡ ਲਿਬਰਲ ਨੈਸ਼ਨਲਿਜ਼ਮ ਸਟੈਂਡ ਫॉर, ਜਿਹੜਾ ਲਿਬਰਲ ਨੈਸ਼ਨਲਿਜ਼ਮ ਸੀ ਕੀ ਮਤਲਬ ਸੀ ਇਸ ਦਾ, ਕੀ ਇਹਨਾਂ ਦੀਆਂ ਡਿਮਾਂਡ ਸੀ, ਕੀ ਚਾਹੁੰਦੇ ਸੀ ਇਹ ਲੋਕ। ਫॉर ਨਿਊ ਮਿਡਲ ਕਲਾਸ, ਨਿਊ ਮਿਡਲ ਕਲਾਸ ਦੇ ਲਈ ਨੈਸ਼ਨਲਿਜ਼ਮ ਅਸਲ ਦੇ ਵਿੱਚ ਹੈਗਾ ਕੀ ਸੀ। ਇਟ ਮੀਨਸ ਫਰੀਡਮ ਫॉर ਇੰਡੀਵਿਜੂਅਲ, ਇਕੁਐਲਿਟੀ ਬਿਫੋਰ ਲਾਅ ਐਂਡ ਰਾਈਟ ਟੂ ਪ੍ਰੋਪਰਟੀ। ਤਾਂ ਇਹ ਜਿਹੜੀ ਮਿਡਲ ਕਲਾਸ ਦੀ ਇੱਕ ਕਲਾਸ ਸੀ, ਇਹਨਾਂ ਦੀ ਜਿਹੜੀ ਡਿਮਾਂਡ ਸੀ ਲਿਬਰਟੀ ਦੀ, ਇਹਦਾ ਮਤਲਬ ਕੀ ਸੀ, ਇਹ ਚਾਹੁੰਦੇ ਸੀ ਕਿ ਹਰ ਬੰਦਾ ਆਜ਼ਾਦ ਹੋਵੇ ਔਰ ਇਕੁਐਲਿਟੀ ਬਿਫੋਰ ਦਾ ਲਾਅ, ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੋਣ, ਮੀਨਸ ਕਿ ਸਭ ਦੇ ਲਈ ਇੱਕੋ ਜਿਹਾ ਲਾਅ ਬਣੇ ਔਰ ਸਾਰੇ ਲੋਕਾਂ ਨੂੰ ਪ੍ਰੋਪਰਟੀ ਦਾ ਰਾਈਟ ਪ੍ਰਾਪਤ ਹੋਵੇ। ਠੀਕ ਹੈ, ਔਰ ਅਕੋਰਡਿੰਗ ਟੂ ਦਾ ਇਕਨੋਮਿਕ ਸਫੀਅਰ ਇਹ ਚਾਹੁੰਦੇ ਸੀ ਕਿ ਫਰੀਡਮ ਆਫ ਮਾਰਕੀਟ ਐਂਡ ਅਬੋਲਿਸ਼ਨ ਆਫ ਸਟੇਟ ਇੰਪੋਜ਼ਡ ਰੀਸਟ੍ਰਿਕਸ਼ਨਸ ਔਨ ਫਰੀ ਮੂਵਮੈਂਟ ਆਫ ਗੁੱਡਸ। ਦੂਸਰਾ ਇਹ ਕਹਿੰਦੇ ਸੀ ਇਕਨੋਮਿਕਲੀ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਕੀ ਡਿਮਾਂਡ ਸੀ ਕਿ ਲੋਕਾਂ ਨੂੰ ਜਿਹੜੀ ਹੈ ਫਰੀ ਮਾਰਕੀਟ ਮਿਲੇ, ਜਿਹੜੀ ਸਟੇਟ ਵੱਲੋਂ ਜਿਹੜੀਆਂ ਵੀ ਰਿਸਟ੍ਰਿਕਸ਼ਨਸ ਲਾਈਆਂ ਜਾਂਦੀਆਂ, ਬੰਦਿਸ਼ਾਂ ਲਗਾਈਆਂ ਜਾਂਦੀਆਂ, ਕੋਈ ਟੈਕਸ ਵਗੈਰਾ ਲਗਾਏ ਜਾਂਦੇ ਆ, ਇਹਨਾਂ ਸਾਰਿਆਂ ਨੂੰ ਅਬੋਲਿਸ਼ ਕੀਤਾ ਜਾਵੇ ਔਰ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਨੇ ਉਹ ਕਿਤੇ ਵੀ ਲੈ ਕੇ ਜਾਣੀਆਂ ਜਾਂ ਲੈ ਕੇ ਆਉਣੀਆਂ, ਉਹਨਾਂ ਦੀ ਜਿਹੜੀ ਮੂਵਮੈਂਟ ਆ ਉਹ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ। ਇਹ ਇਹਨਾਂ ਦੀਆਂ ਡਿਮਾਂਡਸ ਸੀ। ਅੱਗੇ ਆਪਾਂ ਗੱਲ ਕਰਦੇ ਹਾਂ ਨੈਪੋਲੀਅਨਸ ਐਡਮਿਨਿਸਟ੍ਰੇਟਿਵ ਮੈਜਰਸ ਹੈਡ ਕ੍ਰੀਏਟਡ ਫੋਲੋਇੰਗ। ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਬੇਟਾ।